ਇਹ ਮੇਰੀ ਵੀਡੀਓ ਉਹਨਾਂ ਵਾਸਤੇ ਵੀ ਜਿਹੜੇ ਲੋਕ ਸਪੇਨ ਦੇ ਵਿੱਚ ਰਹਿ ਰਹੇ ਨੇ, ਉਹਨਾਂ ਕੋਲ ਡਾਕੂਮੈਂਟਸ ਨੇ, ਡਾਕੂਮੈਂਟ ਰਿਨਿਊ ਕਰਵਾਉਣ ਦੇ ਵਕਤ ਕੋਈ ਨਾ ਕੋਈ ਮਸਲਾ ਬਣ ਜਾਂਦਾ, ਯਾਨੀ ਕਿ ਜੋ ਸਾਰੀ ਰਿਕੁਆਇਰਮੈਂਟ ਪੂਰੀ ਨਹੀਂ ਕਰ ਸਕਦੇ ਹਨ, ਤੇ ਫਿਰ ਮਿਨਿਸਟਰੀ ਉਹਨਾਂ ਨੂੰ ਕੋਈ ਕਿਸੇ ਨਾ ਕਿਸੇ ਚੀਜ਼ ਦਾ ਫਾਲਤਾ ਲਾ ਕੇ ਭੇਜਦੀ ਹੈ ਕਿ ਫਲਾਂ ਚੀਜ਼ ਦਾ ਘਾਟਾ ਹੈ ਜਾਂ ਫਲਾਂ ਚੀਜ਼ ਦੀ ਕਮੀ ਹੈ, ਤੁਸੀਂ ਉਹ ਡਾਕੂਮੈਂਟ ਲੈ ਕੇ ਆਓ ਤਦ ਅਸੀਂ ਤੁਹਾਡਾ ਕੇਸ ਦਾ ਫੈਸਲਾ ਕੁਝ ਕਰਾਂਗੇ। ਔਰ ਉਹ ਫਾਲਤਾ ਉਹ ਪੂਰਾ ਨਹੀਂ ਕਰ ਸਕਦੇ ਹਨ, ਔਰ ਉਸ ਤੋਂ ਬਾਅਦ ਉਹਨਾਂ ਦੇ ਪੇਪਰ ਰਿਜੈਕਟ ਹੋ ਜਾਂਦੇ ਨੇ। ਪਹਿਲੀ ਬਾਤ ਇਹ ਕੋਸ਼ਿਸ਼ ਕਰੋ ਕਿ ਜਿਹੜਾ ਵੀ ਫਾਲਤਾ ਲੱਗਦਾ ਹੈ, ਜਿਹੜਾ ਵੀ ਉਹ ਮਿਨਿਸਟਰੀ ਡਾਕੂਮੈਂਟ ਮੰਗਦੀ ਹੈ, ਉਹ ਤੁਸੀਂ ਉਹਨਾਂ ਨੂੰ ਦਵੋ ਹੈ, ਠੀਕ ਹੈ ਜੀ। ਅਗਰ ਇਸ ਦੇ ਬਾਵਜੂਦ ਵੀ ਪੇਪਰ ਰਿਜੈਕਟ ਹੋ ਜਾਂਦੇ ਨੇ ਤੇ ਫਿਰ ਕੀ ਕਰਨਾ ਚਾਹੀਦਾ। ਇਸੇ ਤਰ੍ਹਾਂ ਇੱਕ ਬਾਈ ਦਾ ਵੀ ਸਵਾਲ ਸੀ ਹੈ ਕਿ ਕਿਆ ਉਹ ਦੁਬਾਰਾ ਪੇਪਰ ਅਪਲਾਈ ਕਰ ਲੈਣਗੇ। ਦੇਖੋ ਜੀ, ਜਦੋਂ ਤੁਸੀਂ ਆਪਸ਼ਨ ਯੂਜ਼ ਕਰ ਲਈਏ ਉਸ ਤੋਂ ਬਾਅਦ ਤੁਹਾਡੇ ਕੋਲ ਉਸ ਫੈਸਲੇ ਦੇ ਖਿਲਾਫ ਅਪੀਲ ਦਾ ਹੱਕ ਹੁੰਦਾ ਹੈ। ਉਹ ਤੁਸੀਂ ਉਹਦੇ 'ਤੇ ਵਕੀਲ ਤੁਹਾਨੂੰ ਦੱਸ ਦਿੰਦੇ ਨੇ ਕਿ ਤੁਹਾਡਾ ਕੇਸ ਕਿੰਨਾ ਮਜ਼ਬੂਤ ਹੈ, ਤੁਸੀਂ ਇਸ ਦੇ ਖਿਲਾਫ ਅਪੀਲ ਕਰਨ ਦਾ ਫਾਇਦਾ ਹੈ ਵੀ ਕਿ ਨਹੀਂ ਹੈ। ਅਤੇ ਨਾਰਮਲੀ ਤੁਹਾਨੂੰ ਅਪੀਲ ਕਰ ਦੇਣੀ ਚਾਹੀਦੀ ਹੈ ਤਾਂ ਕਿ ਕਿਤੇ ਨਾ ਕਿਤੇ ਤੁਹਾਡਾ ਮਸਲਾ ਹੱਲ ਹੋ ਸਕਦਾ ਹੈ। ਉਸ ਤੋਂ ਬਾਅਦ ਅਦਾਲਤ 'ਚ ਅਪੀਲ ਚਲੀ ਜਾਂਦੀ ਹੈ, ਉਸ ਤੋਂ ਬਾਅਦ ਉਸ ਤੋਂ ਅੱਗੇ ਅਦਾਲਤ 'ਚ ਅਪੀਲ ਚਲੀ ਜਾਂਦੀ, ਇਸ ਤਰ੍ਹਾਂ ਜੁਡੀਸ਼ੀਅਲ ਪ੍ਰੋਸੈਸ ਚੱਲਦਾ ਰਹਿੰਦਾ। ਲੇਕਿਨ ਹਰ ਬੰਦੇ ਨੂੰ ਆਪਣੇ ਕੇਸ ਦਾ ਪਤਾ ਚੱਲ ਜਾਂਦਾ ਕਿ ਜਿਹੜੀ ਮੈਂ ਰਿਕੁਆਇਰਮੈਂਟ ਮਿਨਿਸਟਰੀ ਨੇ ਮੇਰੇ ਮੰਗੀ ਸੀ ਉਹ ਮੈਂ ਪੂਰੀ ਕਰ ਸਕਣਾ ਜਾਂ ਨਹੀਂ ਕਰ ਸਕਦਾ। ਇਸ ਲਈ ਮੈਨੂੰ ਇਹ ਜੁਡੀਸ਼ੀਅਲ ਪ੍ਰੋਸੈਸ ਦਾ ਹਿੱਸਾ ਬਣਨ ਦੀ ਲੋੜ ਹੈ ਕਿ ਨਹੀਂ ਹੈ। ਇਹਨਾਂ ਚੀਜ਼ਾਂ ਨੂੰ ਇੰਨਾ ਸੌਖਿਆ ਨਹੀਂ ਲਈਦਾ। ਨਾਰਮਲੀ ਜਿਹੜੇ ਮਸਾਇਲ ਬਣਦੇ ਨੇ ਉਹ ਤੁਹਾਡੇ ਕੰਮ ਦੇ ਮਸਾਇਲ ਬਣਦੇ ਨੇ ਕਿ ਤੁਸੀਂ ਇੰਨਾ ਅਰਸਾ ਜਿਹੜਾ ਸਪੇਨ ਦੇ ਵਿੱਚ ਰਹੇ ਹੋ, ਉਸ ਕਾਰ ਦੇ ਉੱਤੇ ਤੁਸੀਂ ਉਹ ਜਿਹੜੀ ਮਿਨੀਮਮ ਰਿਕੁਆਇਰਮੈਂਟ ਸੀ ਕਾਰ 'ਤੇ ਕੰਮ ਕਰਨੀ ਤੁਸੀਂ ਪੂਰੀ ਨਹੀਂ ਕਰਦੇ। ਉਹ ਜ਼ਰੂਰੀ ਕਰਿਆ ਕਰੋ, ਕਿਉਂਕਿ ਉਸ ਦੀ ਵਜ੍ਹਾ ਤੋਂ ਜਦੋਂ ਪੇਪਰ ਰਿਜੈਕਟ ਹੁੰਦੇ ਨੇ ਤਾਂ ਫਿਰ ਦੁਬਾਰਾ ਰਾਈਗੋ ਵਿੱਚ ਜਾਣਾ ਪਵੇਗਾ ਔਰ ਦੁਬਾਰਾ 3 ਸਾਲਾਂ ਬੇਸ 'ਤੇ ਪੇਪਰ ਲੈਣੇ ਪੈਣਗੇ। ਇੱਕ ਲੰਮਾ ਪ੍ਰੋਸੈਸ ਹੁੰਦਾ ਹੈ ਅਤੇ ਉਹ ਆਪਣਾ ਜਿਹੜਾ ਤੁਸੀਂ ਲੀਗਲ ਟਾਈਮ ਰਹੇ ਹੁੰਦੇ ਉਹ ਵੀ ਫਿਰ ਜ਼ਾਇਆ ਹੋ ਜਾਂਦਾ ਹੈ। ਬਹੁਤ ਸ਼ੁਕਰੀਆ, ਥੈਂਕ ਯੂ।